अस्सलाम वालेकुम जी, सब ਦਾ ਵਾਮ ਵੈਲਕਮ ਮੇਰੇ ਚੈਨਲ ਤੇ। ਇੱਕ ਭਾਈ ਦਾ ਸਵਾਲ ਸੀ ਕਿ ਸਪੇਨ ਦੇ ਵਿੱਚ ਉਹਨਾਂ ਦਾ ਅਸਾਈਲਮ ਦਾ ਕੇਸ ਹੈ। ਅਗਰ ਉਹ ਜਾਣਨਾ ਚਾਹੁੰਦੇ ਨੇ ਕਿ ਅਸਾਈਲਮ ਦਾ ਕੇਸ ਕਿਸੇ ਵਜ੍ਹਾ ਤੋਂ ਰਿਜੈਕਟ ਹੋ ਜਾਏ ਤੇ ਕਿਆ ਉਹ ਡਿਪੋਰਟ ਕਰ ਦਿੰਦੇ ਨੇ ਹੈ ਜਾਂ ਅੱਗੋਂ ਕੀ ਪ੍ਰੋਸੈਸ ਹੋਵੇਗਾ। ਹੁਣ ਮੈਂ ਇਸ ਉੱਤੇ ਪਹਿਲੇ ਵੀ 2 ਵੀਡੀਓਜ਼ ਬਣਾਈਆਂ ਸੀ ਹੈ, ਲੇਕਿਨ ਇਸ ਟੌਪਿਕ ਨੂੰ ਵੀ ਲੈ ਕੇ ਤਫਸੀਲ ਨਾਲ ਸਮਝਦੇ ਕਿ ਡਿਪੋਰਟ ਕਿਸ ਤਰ੍ਹਾਂ ਕਰਦੇ ਨੇ ਹੈ। ਜਦੋਂ ਕੋਈ ਵੀ ਬੰਦਾ ਸਪੇਨ ਦੇ ਵਿੱਚ ਬਗੈਰ ਕਾਗਜ਼ਾਂ ਤੋਂ ਹੁੰਦਾ ਹੈ ਤੇ ਕਿਸੇ ਵੀ ਵਜ੍ਹਾ ਤੋਂ ਜਦੋਂ ਪੁਲਿਸ ਨੂੰ ਚੈੱਕ ਕਰ ਲੈਂਦੀ ਹੈ ਤੇ ਫਿਰ ਉਹਨੂੰ ਥਾਣੇ ਲੈ ਜਾਂਦੀ ਫੜ ਕੇ। ਕਿਨ ਵਜੂਹਾਤ ਦੀ ਵਜ੍ਹਾ ਤੋਂ ਪੁਲਿਸ ਉਹਨੂੰ ਥਾਣੇ ਲੈ ਕੇ ਜਾ ਸਕਦੀ ਹੈ ਜਾਂ ਉਹਨੂੰ ਡਿਪੋਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ। ਨਾਰਮਲ 5 ਵਜੂਹਾਤ ਹੁੰਦੀਆਂ ਨੇ ਜਿਹਦੀ ਵਜ੍ਹਾ ਤੋਂ ਪੁਲਿਸ ਜਿਹੜੀ ਹੈ ਉਹਨੂੰ ਉਹਦੇ 'ਤੇ ਡਿਪੋਰਟ ਫਾਈਲ ਓਪਨ ਕਰਦੀ ਹੈ। ਪਹਿਲੀ ਵਜ੍ਹਾ ਇਹ ਹੁੰਦੀ ਹੈ ਕਿ ਬੰਦੇ ਦਾ ਜਿਉਂ ਹੀ ਚੈੱਕ ਕੀਤਾ ਜਾਂਦਾ ਹੈ ਤੇ ਉਹਦਾ ਕੋਈ ਪੁਰਾਣਾ ਰਿਕਾਰਡ ਕ੍ਰਿਮੀਨਲ ਨਿਕਲ ਆਉਂਦਾ ਹੈ। ਠੀਕ ਹੈ, ਬਹੁਤ ਹੀ ਬੜਾ offense ਹੈ ਔਰ ਇਹਦੇ 'ਤੇ ਡਿਪੋਰਟ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨੀ ਜਲਦੀ ਹੋਵੇ ਇਸ ਬੰਦੇ ਨੂੰ ਡਿਪੋਰਟ ਕੀਤਾ ਜਾਵੇ ਹੈ। ਬਾਅਦ ਬੰਦੇ ਜਿਹੜੇ ਨੇ ਇੱਕ ਬਹੁਤ ਵੱਡੀ ਗਲਤੀ ਕਰਦੇ ਨੇ। ਦੂਸਰੇ ਨੰਬਰ 'ਤੇ ਜਿਹੜੀ ਚੀਜ਼ ਹੈ ਕਿ ਉਹ ਆਪਣੀ ਨੈਸ਼ਨੈਲਿਟੀ ਹੀ ਗਲਤ ਲਿਖਾਉਂਦੇ ਨੇ। ਮਿਸਾਲ ਤੌਰ 'ਤੇ ਪਾਕਿਸਤਾਨ ਦਾ ਤੇ ਉਹ ਹੋ ਸਕਦਾ ਕਿਸੇ ਹੋਰ ਮੁਲਕ ਦਾ ਦੱਸ ਦੇ, ਜਾਂ ਮੈਂ ਇੰਡੀਆ ਦਾ, ਜਾਂ ਮੈਂ ਅਫਗਾਨੀ ਹਾਂ, ਜਾਂ ਮੈਂ ਕੋਈ ਹਾਂ। ਤੇ ਅਗਰ ਬਾਅਦ 'ਚ ਸਾਬਤ ਹੋ ਜੇ ਤੇ ਇਸ ਦੀ ਵਜ੍ਹਾ ਤੋਂ ਵੀ ਡਿਪੋਰਟ ਕਰ ਦਿੱਤਾ ਜਾਂਦਾ ਹੈ ਤੀਸਰੀ ਚੀਜ਼ ਜਿਹੜੀ ਹੈ ਉਹ ਇੰਪੋਰਟੈਂਟ ਚੀਜ਼ ਇਹ ਵੇ ਕਿ ਜਦੋਂ ਕਿਸੇ ਬੰਦੇ ਦਾ ਪਹਿਲੇ ਡਿਪੋਰਟ ਲੱਗ ਗਿਆ ਹੈ, ਫਰਜ਼ ਕਰੋ ਨਾ 5 ਸਾਲ ਦਾ ਡਿਪੋਰਟ ਲਾਇਆ ਔਰ ਬੰਦਾ 5 ਸਾਲ ਤੋਂ ਪਹਿਲੇ ਫਿਰ ਕਿਸੇ ਤਰੀਕੇ ਇਲੀਗਲ ਤਰੀਕੇ ਨਾਲ ਫਿਰ ਸਪੇਨ ਦੇ ਵਿੱਚ ਆ ਗਿਆ, ਅਗਰ ਅਥਾਰਟੀਜ਼ ਉਹਨੂੰ ਫੜ ਲੈਂਦੀਆਂ ਨੇ, ਚੈੱਕ ਕਰਦੀਆਂ ਨੇ ਕਿਸ ਦਾ ਡਿਪੋਰਟ ਲੱਗਿਆ ਤੇ ਫਿਰ ਉਸ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਚੌਥੇ ਨੰਬਰ 'ਤੇ ਇੱਕ ਹੋਰ ਚੀਜ਼ ਇੰਪੋਰਟੈਂਟ ਹੈ ਕਿ ਜਦੋਂ ਵੀ ਅਥਾਰਟੀਜ਼ ਚੈੱਕ ਕਰਦੀਆਂ ਨੇ ਤੇ ਅਗਰ ਉਹ ਉਸ ਦਾ ਡੋਮਿਸਿਲੀਓ ਯਾਨੀ ਕਿ ਘਰ ਦਾ ਐਡਰੈਸ ਉਹ ਨਹੀਂ ਉਹਨਾਂ ਨੂੰ ਪਤਾ ਲੱਗ ਰਿਹਾ ਕਿਹੜਾ ਹੈ ਜਾਂ ਬੰਦਾ ਪ੍ਰੂਵ ਨਹੀਂ ਕਰ ਸਕਦਾ ਪਿਆ ਹੈ ਤੇ ਉਹ ਉਸ ਦਾ ਡਿਪੋਰਟ ਕਰਨ ਦੀ ਕੋਸ਼ਿਸ਼ ਕਰਦੀਆਂ, ਯਾਨੀ ਕਿ ਉਹਨੂੰ ਥਾਣੇ ਲੈ ਕੇ ਜਾ ਕੇ ਡਿਪੋਰਟ ਪ੍ਰੋਸੈਸ ਕਰਦੀਆਂ ਨੇ। ਇਸ ਗੱਲ ਕਹਿੰਦੇ ਨੇ ਕਿ ਆਪਣੀ ਪਤਰੋਨਾਮੈਂਟੋ ਕੋਲੇ ਰੱਖੋ ਹੈ। 5ਵੇਂ ਨੰਬਰ 'ਤੇ ਚੀਜ਼ ਹੈ ਵੇ ਕਿ ਬੰਦੇ ਦੀ ਸ਼ਨਾਖਤ ਨਹੀਂ ਹੋ ਰਹੀ ਹੁੰਦੀ, ਨਾ ਉਹਦੇ ਕੋਲ ਪਾਸਪੋਰਟ ਹੈ ਨਾ ਹੀ ਕੋਈ ਲੀਗਲ ਡਾਕੂਮੈਂਟ ਹੈ ਤੇ ਉਸ ਦਾ ਵੀ ਡਿਪੋਰਟ ਪ੍ਰੋਸੈਸ ਸ਼ੁਰੂ ਕਰ ਸਕਦੇ ਨੇ। ਪਹਿਲੀਆਂ 3 ਚੀਜ਼ਾਂ ਸਖਤ ਨੇ, ਦੂਜੀਆਂ 2 ਚੀਜ਼ਾਂ ਨਰਮ ਨੇ। ਇਸ ਦੇ ਉੱਤੇ ਨਾਰਮਲੀ ਤੌਰ 'ਤੇ 500 ਯੂਰੋ ਦਾ ਜੁਰਮਾਨਾ ਕਰਦੇ ਨੇ ਅਗਰ ਮਤਲਬ ਹੈ ਕਿ ਕੱਲ੍ਹ ਨੂੰ ਉਸ 'ਤੇ ਫਿੰਗਰ ਮਾਫ ਹੋ ਜਾਂਦੇ ਨੇ। ਰਾਊਂਡ ਬਹੁਤ ਇਸ 'ਤੇ ਹੁੰਦਾ। ਹੁਣ ਹੁੰਦਾ ਕੀ ਹੈ ਕਿ ਜਦੋਂ ਕੋਈ ਵੀ ਬੰਦੇ ਨੂੰ ਫੜਦੇ ਨੇ ਉਸ ਦਾ ਡਿਪੋਰਟ ਪ੍ਰੋਸੈਸ ਸ਼ੁਰੂ ਕਰਦੇ ਨੇ। ਮੈਂ ਇਸ ਕਰਕੇ ਸਭ ਬੰਦਿਆਂ ਨੂੰ ਕਿਹਾ ਕਿ ਤੁਸੀਂ ਆਪਣੇ ਡਿਪੋਰਟ ਪ੍ਰੋਸੈਸ ਜਦੋਂ ਤੁਹਾਡਾ ਸ਼ੁਰੂ ਹੋ ਜਾਵੇ ਹੈ, ਮਾੜੀ ਕਿਸਮਤ ਆ ਗਈ ਹੈ ਤੇ ਉਸ ਨੂੰ ਜ਼ਰੂਰ ਫਾਲੋ ਕਰਿਆ ਕਰੋ, ਉਹਨੂੰ ਛੱਡਿਆ ਨਾ ਕਰੋ ਰਾਹ 'ਚ ਕਿਉਂਕਿ ਡਿਪੋਰਟ ਫਿਕਸ ਹੋ ਜਾਂਦਾ ਫਿਰ ਤੁਹਾਡੇ ਕੋਲ ਰਸਤਾ ਨਹੀਂ ਹੁੰਦਾ। ਤੁਹਾਡੇ ਪੇਪਰਾਂ ਵਾਸਤੇ ਮਸਾਇਲ ਬੰਦੇ ਨੂੰ ਜਦੋਂ ਪੁਲਿਸ ਫੜੇਗੀ ਤੁਹਾਨੂੰ ਡਿਪੋਰਟ ਕਰਨ ਦੀ ਕੋਸ਼ਿਸ਼ ਕਰੇਗੀ। ਸਭ ਬਿਹਤਰੀਨ ਤਰੀਕਾ ਤਾਂ ਆਈ ਹੈ ਕਿ ਜਦੋਂ ਪੁਲਿਸ ਫੜੇ ਉਸ ਤੋਂ ਬਾਅਦ ਤੁਹਾਨੂੰ ਸਰਕਾਰੀ ਵਕੀਲ ਲੈ ਲਿਆ ਕਰੋ, ਉਸ ਤੋਂ ਬਾਅਦ ਆਪਣਾ ਕੇਸ ਫਾਲੋ ਕਰਿਆ ਕਰੋ। ਇੱਕ ਅਦਾਲਤ ਤੋਂ ਦੂਸਰੀ ਅਦਾਲਤ, ਦੂਸਰੀ ਤੋਂ ਤੀਸਰੀ ਕਰਦਿਆਂ 3 ਸਾਲ ਲੰਘ ਹੀ ਜਾਂਦੇ ਨੇ। ਉਸ ਤੋਂ ਬਾਅਦ ਤੁਹਾਡਾ ਕਾਨੂੰਨੀ ਤੌਰ 'ਤੇ ਤੁਸੀਂ ਵੈਸੇ ਵੀ ਰਿਕੁਆਇਰਮੈਂਟ ਪੂਰੀ ਕਰ ਸਕਦੇ ਹੋ ਕਿਉਂਕਿ ਤੁਹਾਡਾ ਕ੍ਰਿਮੀਨਲ ਰਿਕਾਰਡ ਤੇ ਹੁੰਦਾ ਕੋਈ ਨਹੀਂ ਹੈ। ਬਸ ਇਹ ਹੀ ਕਿ ਤੁਹਾਡੇ ਕੋਲ ਪੇਪਰ ਕੋਈ ਨਹੀਂ, ਇਸ ਦੀ ਵਜ੍ਹਾ ਤੋਂ ਤੇ ਉਹ ਤੁਹਾਡਾ ਜੁਰਮਾਨਾ ਆ ਜਾਏਗਾ, ਉਹਦੀ ਬੇਸ ਤੇ ਤੁਸੀਂ ਕੱਲ੍ਹ ਨੂੰ ਤੁਹਾਡਾ ਫਿੰਗਰ ਡਿਪੋਰਟ ਆਰਡਰ ਖਤਮ ਹੋ ਸਕਦਾ ਹੈ ਹੁਣ ਲਾਸਟ ਗੱਲ ਜਿਹੜੇ ਭਾਈ ਇਹਨਾਂ ਨੇ ਕਹੀ ਹੈ ਕਿ ਉਹਨਾਂ ਦਾ ਅਸਾਈਲਮ ਕੇਸ ਚੱਲ ਰਿਹਾ ਹੈ, ਅਗਰ ਰਿਜੈਕਟ ਹੋ ਜੇ ਭਾਈ ਰਿਜੈਕਟ ਹੋਏਗਾ ਤਾਂ ਉਸ ਤੋਂ ਬਾਅਦ ਡਿਪੋਰਟ ਕਿ ਉਹਨਾਂ ਦਾ ਪ੍ਰੋਸੈਸ ਸ਼ੁਰੂ ਕਰਨ ਵਾਸਤੇ ਵੀ ਤੁਹਾਨੂੰ ਉਹਨਾਂ ਫੜਨਾ ਹੈ, ਨਾ ਕਿਤੇ ਫੜਨਗੇ। ਉਹ ਕਦੋਂ ਤੱਕ ਤੁਸੀਂ ਫੜੀਂਦੇ ਹੋ ਤੇ ਤਾਂ ਬਿਹਤਰੀਨ ਤਰੀਕਾ ਤਾਂ ਵੀਰ ਹੈ ਇਹ ਕਿ ਅਪੀਲਾਂ ਕਰਦੇ ਰਹੋ ਹੈ। ਇਸ ਤੋਂ ਬਾਅਦ ਤੁਹਾਡੇ ਕੋਲ ਹੱਕ ਹੋਵੇਗਾ ਅਪੀਲ ਕਰਨ ਦਾ, ਉਸ ਤੋਂ ਬਾਅਦ ਉਸ ਤੋਂ ਨੈਕਸਟ ਅਦਾਲਤ 'ਚ ਹੱਕ ਹੋਵੇਗਾ। ਇਸ ਤਰ੍ਹਾਂ ਆਪਣੇ ਕੇਸ ਨੂੰ ਚਲਾਉਂਦੇ ਰਹੋ। ਬਹੁਤ ਸ਼ੁਕਰੀਆ, ਥੈਂਕ ਯੂ।